ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਕੁਇਕ ਅੰਡਰਸਟੈਂਡ ਦੇ ਉੱਪਰ। ਜੇਕਰ ਤੁਹਾਨੂੰ ਸਾਡੇ ਦੁਆਰਾ ਕਰਵਾਇਆ ਹੋਇਆ ਕੰਮ ਪਸੰਦ ਆ ਰਿਹਾ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਔਰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਫਿਊਚਰ ਅਪਡੇਟਸ ਮਿਲ ਸਕਣ। ਤੁਸੀਂ ਸਾਨੂੰ ਇੰਸਟਾ ਔਰ ਟੈਲੀਗ੍ਰਾਮ ਚੈਨਲ 'ਤੇ ਵੀ ਫੋਲੋ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਜੀ ਕਲਾਸ 10th ਲੈਸਨ ਨੰਬਰ 5 ਔਰ ਜਿਹੜਾ ਕਿ ਉਸਦਾ ਸੈਕਿੰਡ ਪਾਰਟ ਹੈ 5.2, ਜਿਸ ਦਾ ਨਾਮ ਅਵਿਵਸਥਾ ਤੋਂ ਵਿਵਸਥਾ ਕਰਨੀ। ਔਰ ਇਹ ਮੈਡਲੀਵ ਦੀ ਆਵਰਤੀ ਸਾਰਣੀ ਦੀ ਅਸੀਂ ਗੱਲ ਕਰਾਂਗੇ। ਨਿਊਲੈਂਡ ਦੇ ਅਸ਼ਟਕ ਸਿਧਾਂਤ ਦੇ ਅਸਫਲ ਹੋਣ ਪਿੱਛੋਂ ਵੀ ਕਈ ਵਿਗਿਆਨੀਆਂ ਨੇ ਅਜਿਹੇ ਪ੍ਰਤੀਰੂਪਾਂ ਦੀ ਖੋਜ ਜਾਰੀ ਰੱਖੀ ਜਿਸ ਨਾਲ ਤੱਤਾਂ ਦੇ ਗੁਣਾਂ ਦਾ ਉਹਨਾਂ ਦੇ ਪਰਮਾਣੂ ਪੁੰਜ ਨਾਲ ਸੰਬੰਧ ਸਥਾਪਿਤ ਹੋ ਸਕੇ। ਭਾਵ ਨਿਊਲੈਂਡ ਜਦੋਂ ਆਪਣਾ ਟੇਬਲ ਬਣਾ ਰਿਹਾ ਸੀ ਤਾਂ ਉਹ ਕਾਫੀ ਖਾਮੀਆਂ ਕਰਕੇ ਜਦੋਂ ਉਸ ਦਾ ਟੇਬਲ ਨਕਾਰ ਦਿੱਤਾ ਗਿਆ ਜਾਂ ਉਸ ਦੀ ਸਾਰਣੀ ਨਹੀਂ ਮੰਨੀ ਗਈ ਤਾਂ ਫਿਰ ਕਈ ਵਿਗਿਆਨੀ ਇਸ ਮਿਹਨਤ ਵਿੱਚ ਲੱਗੇ ਰਹੇ ਜਾਂ ਇਸ ਖੋਜ ਵਿੱਚ ਲੱਗੇ ਰਹੇ ਤਾਂ ਜੋ ਕੋਈ ਇਹੋ ਜਿਹਾ ਤਰੀਕਾ ਲੱਭ ਸਕਣ ਜਿਸ ਦੇ ਨਾਲ ਤੱਤਾਂ ਦੇ ਗੁਣ ਉਸ ਦੇ ਪਰਮਾਣੂ ਪੁੰਜ ਨਾਲ ਜਾ ਕੇ ਕੋਈ ਸੰਬੰਧ ਕਾਇਮ ਕਰਨ, ਮਤਲਬ ਜੁੜਨ। ਤੱਤਾਂ ਦਾ ਵਰਗੀਕਰਨ ਦਾ ਮੁੱਖ ਸਿਰਾ ਰਸਾਇਣਿਕ ਵਿਗਿਆਨੀ ਡੋਮਿਤਰੀ ਇਨੋਵਿਚ ਮੈਂਡਲੀਵ ਨੂੰ ਜਾਂਦਾ ਹੈ। ਤੱਤਾਂ ਦੀ ਆਵਰਤੀ ਸਾਰਣੀ ਦੇ ਆਰੰਭਕ ਵਿਕਾਸ ਵਿੱਚ ਉਹਨਾਂ ਦਾ ਪ੍ਰਮੁੱਖ ਯੋਗਦਾਨ ਰਿਹਾ ਹੈ। ਭਾਵ ਜਦੋਂ ਤੱਤਾਂ ਦੇ ਵਰਗੀਕਰਨ ਦੀ ਗੱਲ ਆਉਂਦੀ ਹੈ ਤਾਂ ਇੱਕ ਮਹਾਨ ਰਸਾਇਣਿਕ ਵਿਗਿਆਨੀ ਹੈ ਜਿਸ ਦਾ ਨਾਮ ਮੈਂਡਲੀਵ, ਉਸ ਨੂੰ ਜਾਂਦਾ ਹੈ। ਉਸ ਨੇ ਤੱਤਾਂ ਨੂੰ ਜਦੋਂ ਆਪਣੀ ਸਾਰਣੀ ਬਣਾਉਣੀ ਸ਼ੁਰੂ ਕੀਤੀ ਤਾਂ ਬੜਾ ਜ਼ਿਆਦਾ ਯੋਗਦਾਨ ਦਿੱਤਾ। ਉਹਨਾਂ ਨੇ ਆਪਣੀ ਸਾਰਣੀ ਵਿੱਚ ਤੱਤਾਂ ਨੂੰ ਉਸ ਦੇ ਮੂਲ ਗੁਣ, ਪਰਮਾਣੂ ਪੁੰਜ ਅਤੇ ਰਸਾਇਣਿਕ ਗੁਣ ਵਿੱਚ ਸਮਾਨਤਾ ਦੇ ਆਧਾਰ 'ਤੇ ਤਰਤੀਬ ਦਿੱਤੀ। ਮੈਂਡਲੀਵ ਦੀ ਸਾਰਣੀ ਵਿੱਚ ਸਿਰਫ ਦੋ ਗੱਲਾਂ ਨੂੰ ਹੀ ਜ਼ਿਆਦਾ ਧਿਆਨ ਰੱਖਿਆ ਗਿਆ, ਇੱਕ ਤਾਂ ਪਰਮਾਣੂ ਪੁੰਜ ਅਤੇ ਦੂਜਾ ਰਸਾਇਣਿਕ ਗੁਣ। ਬਸ ਇਹਨਾਂ ਦੀ ਸਮਾਨਤਾ ਦੇ ਆਧਾਰ 'ਤੇ ਉਸ ਨੇ ਆਪਣੀ ਸਾਰਣੀ ਤਿਆਰ ਕੀਤੀ ਜਿਸ ਨੂੰ ਮੈਂਡਲੀਵ ਸਾਰਣੀ ਕਹਿੰਦੇ ਆ, ਠੀਕ ਹੈ, ਜਾਂ ਮੈਂਡਲੀਵ ਦੀ ਆਵਰਤੀ ਸਾਰਣੀ ਕਹਿੰਦੇ ਆ। ਜਦੋਂ ਮੈਂਡਲੀਵ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ 63 ਤੱਤ ਪਤਾ ਸਨ। ਮੈਂਡਲੀਵ ਨੇ ਜਦੋਂ ਟੇਬਲ ਜਾਂ ਆਵਰਤੀ ਸਾਰਣੀ ਬਣਾਉਣੀ ਸ਼ੁਰੂ ਕੀਤੀ ਸਿਰਫ ਉਸ ਨੂੰ 63 ਤੱਤਾਂ ਬਾਰੇ ਪਤਾ ਸੀ। ਉਹਨਾਂ ਨੇ ਤੱਤਾਂ ਦੇ ਪਰਮਾਣੂ ਪੁੰਜ ਅਤੇ ਉਸ ਦੇ ਭੌਤਿਕ ਤੇ ਰਸਾਇਣਿਕ ਗੁਣਾਂ ਵਿਚਕਾਰ ਸੰਬੰਧ ਦਾ ਅਧਿਐਨ ਸ਼ੁਰੂ ਕੀਤਾ। ਜਦੋਂ ਮੈਂਡਲੀਵ ਨੇ ਆਪਣਾ ਇਹ ਕੰਮ ਸਟਾਰਟ ਕੀਤਾ ਤਾਂ ਉਸਨੇ ਤਿੰਨ ਚੀਜ਼ਾਂ ਨੂੰ ਬੜੇ ਧਿਆਨ ਨਾਲ ਦੇਖਿਆ। ਪਹਿਲਾ ਪਰਮਾਣੂ ਪੁੰਜ, ਦੂਸਰਾ ਰਸਾਇਣਿਕ, ਤੀਸਰਾ ਭੌਤਿਕ। ਇਹਨਾਂ ਤਿੰਨਾਂ ਗੁਣਾਂ ਨੂੰ ਧਿਆਨ ਵਿੱਚ ਰੱਖਿਆ। ਰਸਾਇਣਿਕ ਗੁਣਾਂ ਦੇ ਸੰਬੰਧ ਵਿੱਚ ਮੈਂਡਲੀਵ ਨੇ ਤੱਤਾਂ ਦੇ ਆਕਸੀਜਨ ਅਤੇ ਹਾਈਡਰੋਜਨ ਨਾਲ ਬਣਨ ਵਾਲੇ ਇਲੈਕਟ੍ਰੋਨ ਯੋਗਕਾਂ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ। ਜਦੋਂ ਉਹਨਾਂ ਨੇ ਰਸਾਇਣਿਕ ਗੁਣਾਂ ਦੇ ਸੰਬੰਧ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੈਂਡਲੀਵ ਨੇ ਸਿਰਫ ਉਹਨਾਂ ਤੱਤਾਂ 'ਤੇ ਧਿਆਨ ਦਿੱਤਾ ਜੋ ਅੱਗੇ ਜਾ ਕੇ ਆਕਸੀਜਨ ਅਤੇ ਹਾਈਡਰੋਜਨ ਨਾਲ ਜੁੜ ਕੇ ਉਹਨਾਂ ਆਕਸੀਜਨ ਅਤੇ ਹਾਈਡਰੋਜਨ ਦੀ ਚੋਣ ਇਸ ਲਈ ਕੀਤੀ ਕਿਉਂਕਿ ਇਹ ਬਹੁਤ ਕਿਰਿਆਸ਼ੀਲ ਹਨ। ਉਹਨਾਂ ਨੇ ਇਸ 'ਤੇ ਜ਼ਿਆਦਾ ਧਿਆਨ ਇਸ ਲਈ ਕੇਂਦਰਿਤ ਕੀਤਾ ਕਿਉਂਕਿ ਜਿਹੜੇ ਆਕਸੀਜਨ ਅਤੇ ਹਾਈਡਰੋਜਨ ਸੀ ਇਹ ਹਰ ਇੱਕ ਤੱਤ ਨਾਲ ਬੜੀ ਛੇਤੀ ਜੁੜ ਜਾਂਦੇ ਸਨ ਕਿਉਂਕਿ ਇਹ ਬੜੇ ਕਿਰਿਆਸ਼ੀਲ ਅਤੇ ਇਹ ਬਹੁਤ ਸਾਰੇ ਤੱਤਾਂ ਨਾਲ ਯੋਗਿਕ ਬਣਾਉਂਦੇ ਸਨ। ਤੱਤਾਂ ਤੋਂ ਬਣਨ ਵਾਲੇ ਹਾਈਡਰੋਜਨ ਅਤੇ ਆਕਸਾਈਡ ਦੇ ਸੂਤਰ ਨੂੰ ਤੱਤਾਂ ਦੇ ਵਰਗੀਕਰਨ ਲਈ ਤੱਤਾਂ ਦੀ ਮੂਲ ਵਿਸ਼ੇਸ਼ਤਾ ਮੰਨੀ ਗਈ। ਮਤਲਬ ਜੋ ਵੀ ਇਸ ਤੋਂ ਸੂਤਰ ਬਣਾਏ ਗਏ ਉਹ ਉਸ ਦੀ ਕਿਸੇ ਮੂਲ ਵਿਸ਼ੇਸ਼ਤਾ ਨੂੰ ਸ਼ੋਅ ਕਰਦੇ ਸਨ ਜਾਂ ਰਿਪਰੈਜ਼ੈਂਟ ਕਰਦੇ ਸਨ। ਉਹਨਾਂ ਨੇ 63 ਕਾਰਡ ਲਏ, ਮਤਲਬ ਇੱਕ 63 ਤਰ੍ਹਾਂ ਦੇ ਉਹਨਾਂ ਨੇ ਵੱਖਰੇ ਖਾਲੀ ਪੱਤੇ ਲੈ ਲਏ ਔਰ ਇਕੱਲੇ ਕਾਰਡ ਉੱਤੇ ਇੱਕ ਇੱਕ ਤੱਤ ਦੇ ਗੁਣ ਲਿਖੇ ਔਰ ਉਹਨਾਂ ਦੇ ਸਮਾਨ ਗੁਣਾਂ ਵਾਲੇ ਤੱਤਾਂ ਦੇ ਜਿਹੜੇ ਕਾਰਡ ਸੀ ਉਹਨਾਂ ਨੂੰ ਵੱਖਰਾ ਕਰ ਲਿਆ। ਤਾਂ ਸਭ ਤੋਂ ਪਹਿਲਾਂ ਉਹਨਾਂ 63 ਕਾਰਡ ਲੈ ਲਏ ਵੱਖਰੇ ਖਾਲੀ ਅਤੇ ਉਹਨਾਂ ਉੱਪਰ 63 ਕਾਰਡਾਂ ਦੇ ਉੱਪਰ 63 ਐਲੀਮੈਂਟਸ ਦੇ ਨਾਮ ਲਿਖ ਦਿੱਤੇ। ਫਿਰ ਸਾਰਿਆਂ ਦੇ ਉਹਨਾਂ ਦੇ ਗੁਣ ਲਿਖ ਦਿੱਤੇ। ਫਿਰ ਜਿਨ੍ਹਾਂ ਦੇ ਗੁਣ ਸੇਮ ਰਲਦੇ ਸਨ ਤਾਂ ਉਹਨਾਂ ਨੂੰ ਅਲੱਗ ਕਰ ਲਿਆ। ਜੋ ਕਾਰਡ ਉਹਨਾਂ ਨੇ ਅਲੱਗ ਕੀਤੇ ਸਨ ਉਹਨਾਂ ਨੂੰ ਪਿੰਨ ਨਾਲ ਦੀਵਾਰ 'ਤੇ ਲਗਾ ਦਿੱਤਾ। ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਤੱਤਾਂ ਨੂੰ ਆਵਰਤੀ ਸਾਰਣੀ ਵਿੱਚ ਥਾਂ ਮਿਲ ਗਈ ਹੈ। ਜਦੋਂ ਉਹਨਾਂ ਨੇ ਦੀਵਾਰ ਉੱਤੇ ਕਾਫੀ ਸਾਰੇ ਤੱਤਾਂ ਨੂੰ ਉਹਨਾਂ ਕਾਰਡਾਂ ਨੂੰ ਲਗਾਇਆ ਤਾਂ ਉਹਨਾਂ ਨੇ ਕੀ ਦੇਖਿਆ ਵੀ ਕਾਫੀ ਜਿਹੜੇ ਤੱਤ ਨੇ ਉਹ ਆਪਣੇ ਗੁਣਾਂ ਅਤੇ ਪਰਮਾਣੂ ਪੁੰਜ ਦੇ ਹਿਸਾਬ ਨਾਲ ਖੁਦ ਹੀ ਵਿਵਸਥਿਤ ਹੋ ਚੁੱਕੇ ਹੈ, ਮਤਲਬ ਉਹਨਾਂ ਨੂੰ ਮੇਰੀ ਸਾਰਣੀ ਵਿੱਚ ਥਾਂ ਮਿਲ ਚੁੱਕੀ ਹੋਈ ਹੈ। ਇਹ ਵੀ ਵੇਖਿਆ ਗਿਆ ਕਿ ਇੱਕੋ ਜਿਹੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਾਲੇ ਭਿੰਨ ਤੱਤਾਂ ਨੂੰ ਇੱਕ ਨਿਸ਼ਚਿਤ ਪੀਰੀਅਡ ਪਿੱਛੋਂ ਮੁੜ ਆ ਜਾਂਦੇ ਸਨ। ਜਦੋਂ ਉਹਨਾਂ ਨੇ ਭੌਤਿਕ ਤੇ ਰਸਾਇਣਿਕ ਗੁਣਾਂ ਵੱਲ ਬੜਾ ਧਿਆਨ ਦਿੱਤਾ ਤਾਂ ਉਹਨਾਂ ਨੇ ਇਹ ਵੀ ਦੇਖਿਆ ਵੀ ਕੁਝ ਪੀਰੀਅਡ ਜਦੋਂ ਰਿਪੀਟ ਹੋ ਰਿਹਾ ਹੈ, ਦੁਬਾਰਾ ਆ ਰਿਹਾ ਹੈ ਤਾਂ ਉਹ ਦੁਬਾਰਾ ਉਸੇ ਹੀ ਗੁਣ ਵਾਲਾ ਤੱਤ ਉਸ ਦੇ ਨੀਚੇ ਆ ਰਿਹਾ ਹੈ। ਠੀਕ ਹੈ ਜੀ, ਇਹ ਬੜੀ ਇੰਪੋਰਟੈਂਟ ਗੱਲ ਸੀ ਇਸ ਦੀ। ਪਰ ਇਸੇ ਆਧਾਰ ਨੂੰ ਮੁੱਖ ਰੱਖ ਕੇ ਮੈਂਡਲੀਵ ਨੇ ਆਵਰਤੀ ਸਾਰਣੀ ਬਣਾਈ ਜਿਸ ਦਾ ਸਿਧਾਂਤ ਹੈ ਔਰ ਇਸੇ ਚੀਜ਼ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਮੈਂਡਲੀਵ ਨੇ ਆਪਣੀ ਸਾਰਣੀ ਕੰਪਲੀਟ ਕੀਤੀ। ਔਰ ਜਿਹੜਾ ਉਹਨਾਂ ਦਾ ਸਿਧਾਂਤ ਸੀ ਉਹ ਇਹ ਸੀ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫੰਕਸ਼ਨ ਹੁੰਦੇ ਹਨ। ਮਤਲਬ ਜਿਹੜੇ ਤੱਤਾਂ ਦੇ ਜਿਹੜੇ ਗੁਣ ਨੇ ਭਾਵੇਂ ਉਹ ਭੌਤਿਕ ਹੈ ਅਤੇ ਭਾਵੇਂ ਉਹ ਰਸਾਇਣਿਕ ਹੈ ਉਹ ਉਹਨਾਂ ਦਾ ਜਿਹੜਾ ਪਰਮਾਣੂ ਪੁੰਜ ਹੈ ਉਹ ਆਵਰਤੀ ਫੰਕਸ਼ਨ ਹੁੰਦੇ ਹਨ। ਇਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਸਾਰਣੀ ਤਿਆਰ ਕੀਤੀ ਤਾਂ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਲੰਬਾਤਮਕ ਕਾਲਮ
ਮਤਲਬ ਜਿਹੜੇ ਉੱਪਰੋਂ ਨੀਚੇ ਆਉਂਦੇ ਹੈ, ਉੱਪਰ ਤੋਂ ਨੀਚੇ, ਉਹਨਾਂ ਨੂੰ ਇਹਨਾਂ ਨੇ ਗਰੁੱਪ ਕਿਹਾ। ਤਾਂ ਇਹਨਾਂ ਵਿੱਚ ਕਿੰਨੇ ਗਰੁੱਪ ਸਨ ਤੁਸੀਂ ਹੁਣ ਅਸੀਂ ਦੇਖ ਰਹੇ ਹਾਂ ਜੀ 5.2.1 ਮੈਡਲੀਵ ਦੀ ਆਵਰਤੀ ਸਾਰਣੀ ਦੀਆਂ ਪ੍ਰਾਪਤੀਆਂ। ਮਤਲਬ ਜੋ ਅਸੀਂ ਪਿੱਛੇ ਸਾਰਣੀ ਪੜ੍ਹੀ ਹੈ ਮੈਡਲੀਵ ਦੀ ਆਵਰਤੀ ਸਾਰਣੀ, ਜੋ ਕਿ ਮੈਡਲੀਵ ਦਾ ਇੱਕ ਟੇਬਲ ਹੈ, ਉਸ ਦੀਆਂ ਕੀ ਖਾਸ ਗੱਲਾਂ ਸਨ ਜਿਨ੍ਹਾਂ ਨੂੰ ਅਸੀਂ ਅੱਜ ਮੰਨਦੇ ਹਾਂ। ਆਵਰਤੀ ਸਾਰਣੀ ਦੀ ਸਿਰਜਣਾ ਕਰਦੇ ਸਮੇਂ ਮੈਡਲੀਵ ਨੂੰ ਸਾਰਣੀ ਵਿੱਚ ਕਦੇ-ਕਦੇ ਕੁਝ ਕੁ ਵੱਧ ਪੁੰਜ ਵਾਲੇ ਤੱਤਾਂ ਨੂੰ ਕੁਝ ਕੁ ਘੱਟ ਪੁੰਜ ਵਾਲੇ ਤੱਤਾਂ ਤੋਂ ਪਹਿਲਾਂ ਰੱਖਣਾ ਪਿਆ। ਬਹੁਤ ਸਾਫ਼ ਹੈ। ਅਸੀਂ ਇਹ ਗੱਲ ਕਹੀ ਸੀ ਕਿ ਜਿਹੜੇ ਪੁੰਜ ਦੇ ਹੈ, ਜਿਹੜਾ ਮੈਡਲੀਵ ਹੈ ਉਸਨੇ ਪੁੰਜ ਨੂੰ ਧਿਆਨ ਵਿੱਚ ਰੱਖਦੇ ਹੋਏ ਤੱਤਾਂ ਨੂੰ ਰੱਖਿਆ। ਤਾਂ ਉਹਨਾਂ ਦਾ ਸਿਧਾਂਤ ਸਿਰਫ ਇਹ ਸੀ ਕਿ ਪਹਿਲਾਂ ਘੱਟ ਪੁੰਜ ਵਾਲਾ ਤੱਤ ਆਏਗਾ, ਫਿਰ ਉਸ ਤੋਂ ਜ਼ਿਆਦਾ ਪੁੰਜ ਵਾਲਾ, ਫਿਰ ਉਸ ਤੋਂ ਜ਼ਿਆਦਾ ਪੁੰਜ ਵਾਲਾ। ਇਹ ਮੈਡਲੀਵ ਆਵਰਤੀ ਸਾਰਣੀ ਦਾ ਇਹ ਸਿਧਾਂਤ ਸੀ। ਪਰ ਉਹਨਾਂ ਨੇ ਕਈ ਥਾਵਾਂ 'ਤੇ ਦੇਖਿਆ ਕਿ ਜਿਸ ਦਾ ਭਾਰ ਜ਼ਿਆਦਾ ਹੈ ਉਹ ਪਹਿਲਾਂ ਆ ਰਿਹਾ, ਲੇਕਿਨ ਜਿਸ ਦਾ ਭਾਰ ਘੱਟ ਹੈ, ਇਹ ਹੁਣ ਭਾਰ ਵਰਡ ਮਤਲਬ ਪੁੰਜ ਵਾਸਤੇ ਹੈ, ਤੁਸੀਂ ਅੰਡਰਸਟੈਂਡ ਕਰ ਸਕੋ। ਤੁਹਾਨੂੰ ਵੈਸੇ ਵੀ ਪਤਾ ਹੈ ਵੀ ਜਿਹੜਾ ਪੁੰਜ ਹੈ, ਅਗਰ ਉਸ ਨੂੰ ਅਸੀਂ ਗੁਰਤਾਕਰਸ਼ਣ ਨਾਲ ਗੁਣਾ ਕਰ ਦਿੰਦੇ ਹਾਂ ਤਾਂ ਸਾਡਾ ਭਾਰ ਹੀ ਬਣਦਾ ਹੈ। ਤਾਂ ਤੁਸੀਂ ਆਪਣੀ ਅੰਡਰਸਟੈਂਡਿੰਗ ਵਾਸਤੇ ਜਾਂ ਸਮਝ ਨੂੰ ਵਧਾਉਣ ਵਾਸਤੇ ਭਾਰ ਸੋਚ ਸਕਦੇ ਹੋ, ਲੇਕਿਨ ਲਿਖਣਾ ਪੁੰਜ ਹੀ ਹੈ, ਠੀਕ ਹੈ। ਤਾਂ ਉਸਨੇ ਕੀ ਕੀਤਾ ਕਿ ਜਿਹੜੇ ਭਾਰੇ ਤੱਤ ਹੈ, ਭਾਰੇ ਪੁੰਜ ਵਾਲੇ ਤੱਤ ਸਨ, ਉਹ ਪਹਿਲਾਂ ਰੱਖੇ ਔਰ ਜਿਹੜੇ ਹੌਲੇ ਵਾਲੇ ਉਹ ਬਾਅਦ ਵਿੱਚ। ਜਦਕਿ ਹੋਣਾ ਉਲਟਾ ਚਾਹੀਦਾ ਸੀ ਵੀ ਪਹਿਲਾਂ ਹੌਲੇ ਵਾਲਾ, ਫਿਰ ਭਾਰੇ ਵਾਲਾ, ਫਿਰ ਭਾਰੇ ਵਾਲਾ, ਫਿਰ ਭਾਰੇ ਵਾਲਾ, ਲੇਕਿਨ ਉਹ ਕਿਤੇ ਉਲਟਾ ਕਰ ਗਿਆ। ਇਹ ਕ੍ਰਮ ਇਸ ਲਈ ਉਲਟਾਉਣਾ ਪਿਆ ਤਾਂ ਜੋ ਅਜਿਹੇ ਗੁਣਾਂ ਵਾਲੇ ਤੱਤਾਂ ਨੂੰ ਇੱਕ ਹੀ ਪੀਰੀਅਡ ਵਿੱਚ ਰੱਖਿਆ ਜਾ ਸਕੇ। ਕਿਉਂਕਿ ਰਸਾਇਣਿਕ ਤੇ ਭੌਤਿਕ ਗੁਣ ਨਾਲ ਸਨ, ਤਾਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਿਤੇ ਪੁੰਜ ਦੀ ਗੜਬੜ ਹੋਈ ਤਾਂ ਉਹ ਉਹਨਾਂ ਨੇ ਕੀਤੀ, ਕਿਉਂਕਿ ਉਹਨਾਂ ਨੇ ਤੱਤਾਂ ਦੇ ਗੁਣਾਂ ਨੂੰ ਵੀ ਦੇਖਣਾ ਸੀ ਜੋ ਕਿ ਭੌਤਿਕ ਤੇ ਰਸਾਇਣਿਕ ਸੀ। ਹੁਣ ਅਸੀਂ ਇੱਥੇ ਉਦਾਹਰਨ ਦੇਖ ਸਕਦੇ ਹਾਂ। ਉਦਾਹਰਨ ਵਜੋਂ ਕੋਬਾਲਟ, ਜਿਸ ਦਾ ਪਰਮਾਣੂ ਪੁੰਜ 58.9 ਹੈ, ਸਾਰਣੀ ਵਿੱਚ ਨਿਕਲ ਪਰਮਾਣੂ ਪੁੰਜ 58.7 ਹੈ ਤੋਂ ਪਹਿਲਾਂ ਹੈ। ਹੁਣ ਕੋਬਾਲਟ ਭਾਰਾ ਹੈ, ਚਾਹੇ ਉਹ 0.2 ਦਾ ਹੀ ਫਰਕ ਹੈ, ਲੇਕਿਨ ਕੋਬਾਲਟ ਭਾਰਾ ਹੈ, ਲੇਕਿਨ ਕੋਬਾਲਟ ਪਹਿਲਾਂ ਆ ਰਿਹਾ ਔਰ ਨਿਕਲ ਬਾਅਦ ਵਿੱਚ ਆ ਰਿਹਾ। ਸਾਰਣੀ 5.4 ਨੂੰ ਦੇਖ ਕੇ ਤੁਸੀਂ ਅਜਿਹੀ ਇੱਕ ਹੋਰ ਸੰਗਤੀ ਲੱਭ ਸਕਦੇ ਹੋ। ਮਤਲਬ ਇਹਨਾਂ ਦਾ ਜਿਵੇਂ ਇੱਥੇ ਇਹ ਕੰਮ ਕੀਤਾ ਹੈ, ਅਤੇ ਇਹਦੇ ਨਾਲ ਦਾ ਇੱਕ ਹੋਰ ਵੀ ਇੱਦਾਂ ਦਾ ਦੇਖਣ ਨੂੰ ਮਿਲੇਗਾ ਜਿੱਥੇ ਭਾਰ ਨੂੰ ਜਾਂ ਪੁੰਜ ਨੂੰ ਥੋੜ੍ਹੀ ਮਾਤਰਾ ਘੱਟ ਦੇ ਦਿੱਤੀ ਗਈ। ਇਸ ਤੋਂ ਇਲਾਵਾ ਮੈਡਲੀਵ ਨੇ ਆਪਣੀ ਆਵਰਤੀ ਸਾਰਣੀ ਵਿੱਚ ਕੁਝ ਖਾਲੀ ਥਾਵਾਂ ਛੱਡ ਦਿੱਤੀਆਂ। ਉਹਨਾਂ ਖਾਲੀ ਥਾਵਾਂ ਨੂੰ ਦੋਸ਼ ਦੇ ਰੂਪ ਵਿੱਚ ਦੇਖਣ ਦੀ ਬਜਾਏ ਮੈਡਲੀਵ ਨੇ ਦ੍ਰਿੜਤਾ ਨਾਲ ਕੁਝ ਅਜਿਹੇ ਤੱਤਾਂ ਦੀ ਹੋਂਦ ਦਾ ਅਨੁਮਾਨ ਲਗਾਇਆ ਜੋ ਉਸ ਸਮੇਂ ਤੱਕ ਪਤਾ ਨਹੀਂ ਸਨ। ਮੈਡਲੀਵ ਦੀ ਸਭ ਤੋਂ ਇੰਪੋਰਟੈਂਟ ਗੱਲ, ਖਾਸ ਗੱਲ ਔਰ ਮਹੱਤਵਪੂਰਨ ਗੱਲ ਇਹੋ ਹੀ ਸੀ ਵੀ ਜੋ ਉਸਦੇ ਟੇਬਲ ਵਿੱਚ ਖਾਲੀ ਜਗ੍ਹਾ ਰਹਿ ਗਈਆਂ ਸਨ ਨਾ, ਉਸਨੇ ਇਹ ਨਹੀਂ ਸੋਚਿਆ ਕਿ ਹੋਰ ਤੱਤ ਨਹੀਂ ਲੱਭਣਗੇ। ਉਸਨੇ ਸੋਚਿਆ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਤੱਤ ਜ਼ਰੂਰ ਮਿਲਣਗੇ ਜੋ ਇੱਥੇ ਰੱਖੇ ਜਾ ਸਕਦੇ ਹਨ। ਔਰ ਉਹਨਾਂ ਦਾ ਇਹ ਅਨੁਮਾਨ ਸਹੀ ਸੀ, ਕਿਉਂਕਿ ਉਸ ਤੋਂ ਬਾਅਦ ਕਾਫੀ ਸਾਰੇ ਤੱਤ ਆਪਾਂ ਨੂੰ ਲੱਭੇ ਹਨ। ਉਹਨਾਂ ਦਾ ਨਾਮਕਰਨ ਮੈਡਲੀਵ ਨੇ ਉਸੇ ਗਰੁੱਪ ਵਿੱਚ ਉਸ ਤੋਂ ਪਹਿਲਾਂ ਆਉਣ ਵਾਲੇ ਤੱਤਾਂ ਦੇ ਨਾਂ ਦੇ ਨਾਲ ਏਕਾ ਅਗੇਤਰ ਲਗਾ ਕੇ ਕੀਤਾ, ਔਰ ਜੋ ਜਗ੍ਹਾ ਉਸਨੇ ਖਾਲੀ ਛੱਡੀ ਸੀ ਉੱਥੇ ਉਹਨੇ ਅਨੁਮਾਨ ਲਗਾ ਕੇ ਕੁਝ ਤੱਤਾਂ ਦਾ ਨਾਮਕਰਨ ਪਹਿਲਾਂ ਹੀ ਕਰ ਦਿੱਤਾ ਗਰੁੱਪ ਦੇ ਹਿਸਾਬ ਨਾਲ, ਔਰ ਉਹਨਾਂ ਦੇ ਨਾਮ ਦੇ ਅੱਗੇ ਏਕਾ ਸ਼ਬਦ ਵਰਤੋਂ ਕੀਤੀ। ਹੁਣ ਪ੍ਰਮਾਣ ਵਜੋਂ ਬਾਅਦ ਵਿੱਚ ਗਿਆਤ ਹੋਏ ਸਕੈਂਡੀਅਮ, ਗੈਲੀਅਮ, ਜਰਮੇਨੀਅਮ ਦੇ ਗੁਣ ਕ੍ਰਮਵਾਰ ਏਕਾ ਬੋਰਾਨ, ਏਕਾ ਐਲੂਮੀਨੀਅਮ ਅਤੇ ਏਕਾ ਸਿਲੀਕਾਨ ਵਰਗੇ ਸਨ। ਮੈਡਲੀਵ ਦੁਆਰਾ ਅਨੁਮਾਨਿਤ ਏਕਾ ਐਲੂਮੀਨੀਅਮ ਭਾਵ ਬਾਅਦ ਵਿੱਚ ਗਿਆਤ ਕੀਤੇ ਗਏ ਗੈਲਮੀਨੀਅਮ ਦੀ ਗੁਣ ਸਾਰਣੀ 5.5 ਵਿੱਚ ਸੂਚੀਬੱਧ ਕੀਤਾ ਗਿਆ ਹੈ। ਬਹੁਤ ਵੱਡੀ ਗੱਲ ਕਹਿ ਦਿੱਤੀ। ਜਦੋਂ ਤੁਸੀਂ ਸਾਰਣੀ 5.5 ਦੇਖ ਰਹੇ ਹੋ ਤਾਂ ਉਸ ਦੇ ਵਿੱਚ ਜਿਹੜੇ ਏਕਾ ਐਲੂਮੀਨੀਅਮ ਹੈ ਔਰ ਜਿਹੜਾ ਗੈਲੇਨੀਅਮ ਹੈ ਲਗਭਗ ਸੇਮ ਪੁੰਜ ਦੇ ਹੀ ਬਣੇ ਸਨ, ਔਰ ਉਹਨਾਂ ਦੇ ਜਿਹੜੇ ਉਸਨੇ ਸੂਤਰ ਸੋਚੇ ਸਨ ਆਕਸਾਈਡ ਦੇ ਤੇ ਕਲੋਰਾਈਡ ਦੇ, ਉਹ ਆਉਣ ਵਾਲੇ ਸਮੇਂ ਵਿੱਚ ਜੋ ਕਿ ਉਸ ਟਾਈਮ ਪਤਾ ਨਹੀਂ ਸਨ, ਉਸ ਟਾਈਮ ਤੱਤ ਵੀ ਨਹੀਂ ਸੀ, ਪਰ ਉਸਨੇ ਜੋ ਅਨੁਮਾਨ ਲਗਾਇਆ ਬਿਲਕੁਲ ਸਹੀ ਸੀ। ਇਸ ਤੋਂ ਇਲਾਵਾ ਇਸ ਤੋਂ ਮੈਡਲੀਵ ਦੀ ਆਵਰਤੀ ਸਾਰਣੀ ਦੇ ਠੀਕ ਅਤੇ ਉਪਯੋਗੀ ਹੋਣ ਦੇ ਸਬੂਤ ਮਿਲ ਗਏ। ਵਾਕਈ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਕਿ ਜੋ ਭਵਿੱਖ ਵਿੱਚ ਹੋਣਾ ਹੈ ਉਸਨੇ ਉਸ ਦਾ ਪਹਿਲਾਂ ਹੀ ਕਾਫੀ ਹੱਦ ਤੱਕ ਪ੍ਰਮਾਣ ਦੇ ਦਿੱਤਾ ਸੀ। ਇਸ ਤੋਂ ਬਿਨਾਂ ਮੈਡਲੀਵ ਦੇ ਅਨੁਮਾਨ ਦੀ ਅਸਾਧਾਰਨ ਸਫਲਤਾ ਕਾਰਨ ਰਸਾਇਣਿਕ ਵਿਗਿਆਨੀਆਂ ਨੇ ਉਹਨਾਂ ਨੂੰ ਆਵਰਤੀ ਸਾਰਣੀ ਨੂੰ ਨਾ ਕੇਵਲ ਸਵੀਕਾਰ ਕੀਤਾ, ਸਗੋਂ ਉਸ ਦੇ ਨਾਲ ਉਹਨਾਂ ਦੇ ਸਿਧਾਂਤ ਦਾ ਸਿਰਜਕ ਵੀ ਮੰਨਿਆ ਤੇ ਜਿਸ ਦੇ ਉੱਤੇ ਇਹ ਆਧਾਰਿਤ ਹੈ। ਮਤਲਬ ਉਹਨਾਂ ਨੇ ਮੈਡਲੀਵ ਨੂੰ ਇਸ ਗੱਲ ਵਾਸਤੇ
ਕਾਬਲ ਸਮਝਿਆ ਕਿ ਉਹਨਾਂ ਨੇ ਉਹਨਾਂ ਤੱਤਾਂ ਦਾ ਵੀ ਨਾਮਕਰਨ ਜਾਂ ਉਹਨਾਂ ਦੇ ਗੁਣਾਂ ਦੀ ਖੋਜ ਪਹਿਲਾਂ ਕਰ ਲਈ ਜੋ ਉਸ ਟਾਈਮ ਲੱਭੇ ਵੀ ਨਹੀਂ ਸਨ। ਔਰ ਇਹੋ ਹੀ ਕਾਰਨ ਹੈ ਕਿ ਉਹਨਾਂ ਨੇ ਇਸ ਸਾਰਣੀ ਨੂੰ ਸਵੀਕਾਰ ਵੀ ਕੀਤਾ ਅਤੇ ਉਸ ਨੂੰ ਮੁੱਖ ਵੀ ਰੱਖਿਆ। ਨੋਬਲ ਗੈਸਾਂ ਜਿਵੇਂ ਹੀਲੀਅਮ, ਨਿਓਨ ਅਤੇ ਆਰਗਨ ਦਾ ਪਹਿਲਾਂ ਵੀ ਕੋਈ ਪ੍ਰਸੰਗਾਂ ਵਿੱਚ ਜ਼ਿਕਰ ਨਹੀਂ ਆ ਚੁੱਕਿਆ। ਇਹਨਾਂ ਗੈਸਾਂ ਦਾ ਪਤਾ ਕਾਫੀ ਦੇਰ ਬਾਅਦ ਲੱਗਾ ਕਿਉਂਕਿ ਇਹ ਬਹੁਤ ਅਕਿਰਿਆਸ਼ੀਲ ਸਨ ਅਤੇ ਇਹਨਾਂ ਦੀ ਵਾਯੂਮੰਡਲਾਂ ਵਿੱਚ ਕਾਫੀ ਘੱਟ ਮਾਤਰਾ ਸੀ। ਮੈਂਡਲੀਵ ਦੀ ਆਵਰਤੀ ਸਾਰਣੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਸੀ ਕਿ ਜਦੋਂ ਉਸ ਨੂੰ ਇਹ ਗੈਸਾਂ ਦਾ ਪਤਾ ਲੱਗਾ ਤਾਂ ਪਹਿਲੀ ਤਰਤੀਬ ਨੂੰ ਛੇੜੇ ਬਿਨਾਂ ਇਸ ਨੂੰ ਨਵੇਂ ਗਰੁੱਪ ਵਿੱਚ ਰੱਖਿਆ ਜਾ ਸਕਦਾ ਸੀ। ਮਤਲਬ ਮੈਂਡਲੀਵ ਦਾ ਟੇਬਲ ਇਸ ਦੇ ਨਾਲ ਡਿਸਟਰਬ ਨਹੀਂ ਹੋ ਰਿਹਾ ਸੀ, ਖਰਾਬ ਨਹੀਂ ਵੀ ਹੋ ਰਿਹਾ ਸੀ। ਠੀਕ ਹੈ, ਤਾਂ ਇਹੋ ਹੀ ਕਾਰਨ ਸਨ ਜਿਸ ਦੇ ਕਰਕੇ ਜਿਹੜੇ ਮੈਂਡਲੀਵ ਦੀਆਂ ਪ੍ਰਾਪਤੀਆਂ ਬਹੁਤ ਜ਼ਿਆਦਾ ਸਨ। ਤਾਂ 3 ਪ੍ਰਾਪਤੀਆਂ ਤੁਸੀਂ ਕਹੋਗੇ। ਸਭ ਤੋਂ ਪਹਿਲੀ ਅਸੀਂ ਪ੍ਰਾਪਤੀ ਇਹੋ ਹੀ ਦੇਖੀ ਕਿ ਉਸ ਨੇ ਪਰਮਾਣੂ ਪੁੰਜ ਨੂੰ ਧਿਆਨ 'ਚ ਜ਼ਿਆਦਾ ਰੱਖਣ ਦੀ ਬਜਾਏ ਉਸ ਨੇ ਰਸਾਇਣਿਕ ਅਤੇ ਭੌਤਿਕ ਗੁਣਾਂ ਦਾ ਜ਼ਿਆਦਾ ਧਿਆਨ ਰੱਖਿਆ। ਅਗਰ ਪੁੰਜ ਦੇ ਹਿਸਾਬ ਨਾਲ ਇੱਕ ਥੋੜ੍ਹਾ ਬਹੁਤਾ 19-21 ਕਰਨਾ ਪੈ ਗਿਆ ਜਿਵੇਂ ਕੋਬਾਲਟ ਅਤੇ ਨਿਕਲ ਵਾਲੇ ਕੇਸ ਵਿੱਚ, ਤਾਂ ਉਸਨੇ ਕੀਤਾ। ਉਸ ਤੋਂ ਬਾਅਦ ਉਸਨੇ ਜਿਹੜੀ ਖਾਲੀ ਜਗ੍ਹਾਵਾਂ ਛੱਡੀਆਂ ਸਨ ਉਸਨੇ ਕੁਝ ਤੱਤਾਂ ਦਾ ਨਾਮਕਰਨ ਪਹਿਲਾਂ ਹੀ ਕਰ ਦਿੱਤਾ ਜੋ ਕਿ ਤੱਤ ਆਪਾਂ ਨੂੰ ਬਾਅਦ ਵਿੱਚ ਮਿਲੇ। ਔਰ ਤੀਸਰਾ ਇਸਦਾ ਇਹੋ ਹੀ ਸੀ ਵੀ ਅਗਰ ਮੰਨ ਲਓ ਨੋਬਲ ਗੈਸਾਂ ਉਸ ਟਾਈਮ ਨਹੀਂ ਸਨ ਲੇਕਿਨ ਬਾਅਦ ਵਿੱਚ ਜਦੋਂ ਪਤਾ ਚੱਲੀਆਂ ਤਾਂ ਉਹ ਉਸ ਦੇ ਟੇਬਲ ਨੂੰ ਖਰਾਬ ਨਹੀਂ ਕਰ ਰਹੀਆਂ ਸਨ, ਉਸ ਨੂੰ ਅਲੱਗ ਸਾਈਡ 'ਤੇ ਰੱਖਿਆ ਜਾ ਸਕਦਾ ਸੀ। ਤਾਂ ਇਹੋ ਹੀ 3 ਕਾਰਨ ਸਨ ਜਿਨ੍ਹਾਂ ਕਰਕੇ ਮੈਂਡਲੀਵ ਦੇ ਟੇਬਲ ਨੂੰ ਜਾਂ ਆਵਰਤੀ ਸਾਰਣੀ ਨੂੰ ਮੰਨਿਆ ਗਿਆ। ਔਰ ਇਹੋ ਹੁਣ ਅਸੀਂ ਦੇਖ ਰਹੇ ਹਾਂ ਜੀ 5.2.3 ਮੈਂਡਲੀਵ ਦੇ ਵਰਗੀਕਰਨ ਦੀਆਂ ਸੀਮਾਵਾਂ। ਅਸੀਂ ਮੈਂਡਲੀਵ ਦੀਆਂ ਪਿੱਛੇ ਪ੍ਰਾਪਤੀਆਂ ਦੇਖੀਆਂ, ਹੁਣ ਉਸ ਦੀਆਂ ਖਾਮੀਆਂ ਵੀ ਦੇਖਾਂਗੇ ਵੀ ਕੀ ਕਾਰਨ ਸਨ ਵੀ ਫਿਰ ਵੀ ਮੈਂਡਲੀਵ ਦਾ ਟੇਬਲ ਬਦਲ ਦਿੱਤਾ ਗਿਆ ਜਾਂ ਕਹਿ ਦਿਓ ਅਪਡੇਟ ਕਰ ਦਿੱਤਾ ਗਿਆ। ਤਾਂ ਕੁਝ ਕਾਰਨ ਮਤਲਬ ਕੁਝ ਕਮੀਆਂ ਸਨ ਤੇ ਉਹ ਕਮੀਆਂ ਨੂੰ ਆਪਾਂ ਦੇਖਦੇ ਹਾਂ। ਹਾਈਡਰੋਜਨ ਦੀ ਇਲੈਕਟ੍ਰੋਨਿਕ ਤਰਤੀਬ ਐਲਕਲੀ ਧਾਤਾਂ ਨਾਲ ਮਿਲਦੀ ਹੈ। ਐਲਕਲੀ ਧਾਤਾਂ ਦੀ ਤਰ੍ਹਾਂ ਹਾਈਡਰੋਜਨ ਵੀ ਹੈਲੋਜਨ, ਆਕਸੀਜਨ ਅਤੇ ਸਲਫਰ ਅਤੇ ਨਾਲ ਉਸੇ ਤਰ੍ਹਾਂ ਦੇ ਸੂਤਰਾਂ ਵਾਲੇ ਯੌਗਿਕ ਗੁਣ ਅਤੇ ਸਲਫਰ ਨਾਲ ਉਸੇ ਤਰ੍ਹਾਂ ਦੇ ਸੂਤਰਾਂ ਵਾਲੇ ਯੌਗਿਕ ਬਣਾਉਂਦਾ ਹੈ ਜਿਵੇਂ ਕਿ ਦਿੱਤੀ ਗਈ ਉਦਾਹਰਨ ਵਿੱਚ ਵਿਖਾਇਆ ਗਿਆ ਹੈ। ਹਾਈਡਰੋਜਨ ਯੌਗਿਕ ਜਿਹੜਾ ਹੈ ਔਰ ਜਿਹੜਾ ਸੋਡੀਅਮ ਹੈ ਉਹ ਸੇਮ ਹੀ ਗੁਣ ਰੱਖਦੇ ਹੈ। ਜਿਵੇਂ ਹਾਈਡਰੋਜਨ ਦਾ HCl ਬਣਿਆ ਤਾਂ ਸੋਡੀਅਮ ਦਾ ਵੀ NaCl ਬਣਿਆ। ਜੇਕਰ ਹਾਈਡਰੋਜਨ ਦਾ HO2 ਬਣਿਆ ਜੇ ਹਾਈਡਰੋਜਨ ਦਾ H2O ਬਣਿਆ ਤਾਂ ਸੋਡੀਅਮ ਦਾ ਵੀ Na2O ਬਣਿਆ। ਜੇ H2S ਬਣਿਆ ਤਾਂ Na2S ਬਣਿਆ। ਤਾਂ ਭਾਵ ਜਿਹੜਾ ਹਾਈਡਰੋਜਨ ਹੈ ਉਹ ਸੋਡੀਅਮ ਦੀ ਤਰ੍ਹਾਂ ਹੀ ਗੁਣ ਰੱਖਦਾ ਸੀ। ਦੂਜੇ ਪਾਸੇ ਜਿਹੜਾ ਹਾਈਡਰੋਜਨ ਵੀ ਹੈ ਹੈਲੋਜਨ ਦੀ ਤਰ੍ਹਾਂ 2 ਪਰਮਾਣਵੀ ਅਣੂ ਬਣਾਉਂਦੀ ਹੈ ਅਤੇ ਆਹ ਧਾਤਾਂ ਦੂਜੇ ਪਾਸੇ ਹਾਈਡਰੋਜਨ ਵੀ ਹੈਲੋਜਨ ਦੀ ਤਰ੍ਹਾਂ 2 ਪਰਮਾਣਵੀ ਅਣੂ ਬਣਾਉਂਦੀ ਹੈ ਅਤੇ ਧਾਤਾਂ ਨਾਲ ਆਇਨ ਅਤੇ ਆਹ ਧਾਤਾਂ ਨਾਲ ਸਹਿ ਸੰਯੋਜਕ ਯੌਗਿਕ ਬਣਾਉਂਦੀ ਹੈ। ਯਕੀਨੀ ਤੌਰ 'ਤੇ ਹਾਈਡਰੋਜਨ ਨੂੰ ਆਵਰਤੀ ਸਾਰਣੀ ਵਿੱਚ ਨਿਸ਼ਚਿਤ ਥਾਂ ਨਹੀਂ ਦਿੱਤੀ ਜਾ ਸਕਦੀ ਸੀ। ਇਹ ਮੈਂਡਲੀਵ ਦੀ ਆਵਰਤੀ ਸਾਰਣੀ ਦੀ ਪਹਿਲੀ ਕਮੀ ਹੈ। ਉਹ ਆਪਣੀ ਸਾਰਣੀ ਵਿੱਚ ਹਾਈਡਰੋਜਨ ਨੂੰ ਢੁਕਵੀਂ ਥਾਂ ਨਹੀਂ ਦੇ ਸਕਿਆ। ਤਾਂ ਦੇਖੋ ਹਾਈਡਰੋਜਨ ਅਤੇ ਸੋਡੀਅਮ ਦੇ ਜਦੋਂ ਗੁਣ ਸੇਮ ਸਨ ਤਾਂ ਫਿਰ ਆਪਾਂ ਨੂੰ ਇਹ ਕਹਿਣਾ ਚਾਹੀਦਾ ਹੈ ਵੀ ਜਿਹੜਾ ਸੋਡੀਅਮ ਅਤੇ ਹਾਈਡਰੋਜਨ ਹੈ ਇੱਕੋ ਜਗ੍ਹਾ 'ਤੇ ਹੋਣੀ ਚਾਹੀਦੀ ਹੈ, ਮਤਲਬ ਨਾਲ ਹੋਣੇ ਚਾਹੀਦੇ ਆ, ਪਰ ਐਦਾਂ ਨਹੀਂ ਹੋ ਸਕਿਆ। ਜਾਂ ਕਲੋਰੀਨ ਦੇ ਗੁਣ ਦੇ ਨਾਲ ਵੀ ਮੈਚ ਕਰਦੇ ਹਨ ਜਾਂ ਆਕਸੀਜਨ ਨਾਲ, ਮਤਲਬ ਜਿਹੜਾ ਹਾਈਡਰੋਜਨ ਹੈ ਉਹ ਕਲੋਰੀਨ ਨਾਲ, ਆਕਸੀਜਨ ਨਾਲ ਅਤੇ ਸਲਫਰ ਨਾਲ ਵੀ ਗੁਣ ਬਣਾਉਂਦਾ ਹੈ। ਜਿਹੜਾ ਸੋਡੀਅਮ ਹੈ ਉਹ ਵੀ ਕਲੋਰੀਨ, ਆਕਸੀਜਨ ਅਤੇ ਸਲਫਰ ਨਾਲ ਬਣਾਉਂਦਾ ਹੈ। ਅਤੇ ਇਸ ਦਾ ਮਤਲਬ ਹੈ ਵੀ ਜਿਹੜੀ ਹਾਈਡਰੋਜਨ ਦੀ ਜਗ੍ਹਾ ਸੀ ਉਹ ਬਿਲਕੁਲ ਠੀਕ ਨਹੀਂ ਕਹੀ ਜਾ ਸਕਦੀ ਸੀ। ਉਸਦੇ ਕੁਝ ਗੁਣ ਕੁਝ ਹੋਰ ਸਨ ਔਰ ਪੁੰਜ ਦੇ ਹਿਸਾਬ ਨਾਲ ਕੁਝ ਗੁਣ ਹੋਰ ਸਨ। ਤਾਂ ਇਹ ਕਾਰਨ ਸੀ ਕਿ ਹਾਈਡਰੋਜਨ ਦੀ ਜਗ੍ਹਾ ਸਹੀ ਨਹੀਂ ਸੀ। ਇਹੋ ਇੱਕ ਕਮੀ ਖਾਸ ਨਜ਼ਰ ਆ ਰਹੀ ਸੀ। ਮੈਂਡਲੀਵ ਦੁਆਰਾ ਤੱਤਾਂ ਦੀ ਆਵਰਤੀ ਵਰਗੀਕਰਨ ਤਿਆਰ ਕਰਨ ਤੋਂ ਕਾਫੀ ਸਮੇਂ ਪਿੱਛੋਂ ਤੱਤਾਂ ਦੇ ਸਮਾਨਾਰਥਕਾਂ ਦੀ ਖੋਜ ਹੋਈ। ਆਓ ਮੁੜ ਯਾਦ ਕਰੀਏ। ਸਮਾਨਾਰਥਕਾਂ ਦੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ ਅਤੇ ਉਹਨਾਂ ਦੇ ਪਰਮਾਣੂ ਪੁੰਜ ਭਿੰਨ ਹੁੰਦੇ ਹਨ। ਇਸੇ ਤਰ੍ਹਾਂ ਸਾਰੇ ਤੱਤਾਂ ਦੇ ਸਮਾਨਾਰਥਕ ਮੈਂਡਲੀਵ ਦੀ ਆਵਰਤੀ ਨਿਯਮ ਵਿੱਚ ਇੱਕ ਚੁਣੌਤੀ ਸਨ। ਹੁਣ ਇਹ ਸਮਾਨਾਰਥਕ ਕੀ ਹੁੰਦੇ ਨੇ? ਦੇਖੋ ਅਗਰ ਕੋਈ ਇਹ ਬਾਅਦ ਵਿੱਚ ਇਹ ਆਪਣੇ ਇਲੈਕਟ੍ਰੋਨ ਦੇ ਬੇਸਿਸ 'ਤੇ ਜਦੋਂ ਆਪਾਂ ਤੱਤਾਂ ਨੂੰ ਵੰਡਿਆ ਤਾਂ ਉਸ ਦੇ ਵਿੱਚ ਆਪਾਂ ਨੂੰ ਨਜ਼ਰ ਆਏ ਵੀ ਮੰਨ ਕੇ ਚੱਲੋ ਇੱਕ ਤੱਤ ਹੈ ਉਹ ਕਾਰਬਨ, ਔਰ ਕਾਰਬਨ ਦੇ ਇੱਕ ਰੂਪ ਹੀ ਨਹੀਂ ਹੁੰਦਾ। ਜਾਂ ਹਾਈਡਰੋਜਨ ਨੂੰ ਮੰਨ ਲਈਏ ਤਾਂ ਹਾਈਡਰੋਜਨ ਦਾ ਵੀ ਇੱਕ ਰੂਪ ਨਹੀਂ ਹੁੰਦਾ। ਹਾਈਡਰੋਜਨ ਦੇ ਵੀ ਡੋਰੀਟੀਅਮ, ਟੈਰੀਟੀਅਮ ਤੁਸੀਂ ਇਹ ਸੁਣੇ ਹੋਣਗੇ। ਤਾਂ ਇਹੋ ਕਾਰਨ ਸੀ ਕਿ ਜਿਹੜੇ ਹਾਈਡਰੋਜਨ ਦੇ ਪੋਜ਼ੀਟਿਵ ਅਤੇ ਨੈਗੇਟਿਵ ਤੱਤ ਵੀ ਮਿਲਦੇ ਸਨ ਜਿਨ੍ਹਾਂ ਦਾ ਭਾਰ ਵੱਧ ਅਤੇ ਘੱਟ ਹੁੰਦਾ ਸੀ, ਭਾਵ ਪੁੰਜ ਵੱਧ ਅਤੇ ਘੱਟ ਹੁੰਦਾ ਸੀ।
ਤਾਂ ਉਹਨਾਂ ਨੂੰ ਇਸ ਟੇਬਲ ਦੇ ਵਿੱਚ ਕੋਈ ਥਾਂ ਨਾ ਮਿਲ ਸਕੇ। ਔਰ ਇਹ ਸਭ ਤੋਂ ਵੱਡੀ ਕਮੀ ਸੀ ਜੋ ਕਿ ਇਸ ਟੇਬਲ ਨੂੰ ਸਹਿਣੀ ਔਖੀ ਹੋ ਗਈ। ਮਤਲਬ ਉਸਨੇ ਇਸ ਦਾ ਆਧਾਰ ਹੀ ਹਿਲਾ ਕੇ ਰੱਖ ਦਿੱਤਾ। ਔਰ ਸ਼ਾਇਦ ਇਹੋ ਹੀ ਕਾਰਨ ਹੈ ਕਿ ਇਹ ਟੇਬਲ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਔਰ ਇਸ ਦੀ ਥਾਂ 'ਤੇ ਕੋਈ ਦੂਸਰਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ।